ਹੈਲੋ ਪਿਆਰੇ ਬੱਚਿਓ, ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ। ਪਿਆਰੇ ਬੱਚਿਓ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਅਸੀਂ ਲਘੁੱਤਮ ਸਮਾਵਰਤਕ ਅਤੇ ਮਹੱਤਮ ਸਮਾਵਰਤਕ ਬਾਰੇ ਜਿਹੜਾ ਸਾਡੀ ਅਭਿਆਸ ਹੈ ਉਸ ਨੂੰ ਕਰ ਰਹੇ ਹਾਂ। ਪਿਆਰੇ ਬੱਚਿਓ, ਪਿਛਲੇ ਵੀਡੀਓ ਦੇ ਵਿੱਚ ਜਿਸਤ ਅਤੇ ਟਾਂਕ ਸੰਖਿਆਵਾਂ ਬਾਰੇ ਗੱਲ ਹੋਈ ਸੀ। ਤੁਸੀਂ ਉਹ ਵੀਡੀਓ ਵੇਖਿਆ ਸੀ। ਅਗਰ ਉਹ ਵੀਡੀਓ ਤੁਸੀਂ ਨਹੀਂ ਦੇਖ ਪਾਏ ਤਾਂ ਮੇਰੀ ਪਲੇਲਿਸਟ 'ਤੇ ਜਾ ਕੇ ਉਹ ਵੀਡੀਓ ਪਹਿਲਾਂ ਦੇਖੋ, ਫਿਰ ਇਸ ਵੀਡੀਓ ਨੂੰ ਦੇਖਣਾ ਅੱਛੀ ਤਰ੍ਹਾਂ ਸਮਝ ਲੱਗੇਗੀ। ਸੋ ਅਧਿਆਪਕ ਸਾਥੀ ਜਿੰਨੇ ਵੀ ਇਸ ਵੀਡੀਓ ਨਾਲ ਜੁੜੇ ਨੇ, ਦੇਖ ਰਹੇ ਨੇ, ਮਾਪੇ ਸਾਹਿਬਾਨ ਅਤੇ ਬੱਚਿਆਂ ਦੇ ਵੱਡੇ ਭੈਣ ਭਰਾ, ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹੋਏ ਬੇਨਤੀ ਕਰਾਂਗਾ ਕਿ ਪੰਜਵੀਂ ਕਲਾਸ ਦੇ ਸਾਰੇ ਬੱਚਿਆਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ, ਤਾਂ ਕਿ ਉਹਨਾਂ ਦਾ ਮਕਸਦ ਸਿਲੇਬਸ ਦੇ ਰੂਪ 'ਚ ਉਹਨਾਂ ਨੇ ਕਰਨਾ ਹੈ ਹੱਲ ਹੋ ਸਕੇ। ਟੈਸਟ ਦੀ ਤਿਆਰੀ ਜਿਹੜੀ ਮੌਕ ਟੈਸਟ ਚੱਲ ਰਹੇ ਨੇ ਉਹਦੇ ਵਿੱਚ ਇਸ ਦੀ ਮਦਦ ਹੋ ਸਕੇ। ਸੋ ਪਿਆਰੇ ਬੱਚਿਓ, ਪਾਠ ਸ਼ੁਰੂ ਕਰਨ ਤੋਂ ਪਹਿਲਾਂ, ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ, ਭਾਜ ਅਤੇ ਅਭਾਜ ਸੰਖਿਆਵਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਸਾਰਿਆਂ ਨੇ ਘਰਾਂ ਵਿੱਚ ਹੀ ਰਹਿਣਾ ਹੈ। ਸੁਰੱਖਿਅਤ ਰਹੋ, ਹੱਥਾਂ ਨੂੰ ਬਾਰ-ਬਾਰ ਧੋਵੋ, ਨਹਾਵੋ ਘੱਟੋ ਘੱਟ ਦਿਨ 'ਚ 2 ਵਾਰੀ, ਆਪਣੀ ਸਫਾਈ ਰੱਖੋ, ਵਿਟਾਮਿਨ ਸੀ ਨਾਲ ਭਰਪੂਰ ਖੁਰਾਕ ਲਵੋ। ਹੁਣ ਤਾਂ ਇਸ ਦੀਆਂ ਟੈਬਲੇਟਸ ਜਿਹੜੀ ਨੇ ਆਮ ਮਿਲ ਜਾਂਦੀਆਂ ਨੇ, ਲਿਮਸੀ ਨਾਂ ਹੈ ਉਹਨਾਂ ਦਾ। ਤੁਸੀਂ ਆਪਣੇ ਮਾਂ-ਬਾਪ ਕੋ ਮੰਗਾ ਸਕਦੇ ਹੋ, ਵੱਡੇ ਭੈਣ ਭਰਾਵਾਂ ਕੋ, ਜੇ ਉਹ ਬਾਹਰ ਜਾਂਦੇ ਨੇ, ਕੰਮ ਕਰਦੇ ਨੇ, ਚਾਚਾ ਜੀ, ਤਾਇਆ ਜੀ ਜਿਹੜੇ ਵੀ ਜਾਂਦੇ ਨੇ ਉਹਨਾਂ ਕੋਲ ਮੰਗਾ ਕੇ ਖਾ ਸਕਦੇ ਹੋ। ਬੜੀਆਂ ਕਾਰਗਰ ਨੇ। ਵਿਟਾਮਿਨ ਸੀ ਦੀ ਜਿਹੜੀ ਘਾਟ ਹੈ ਪੂਰੀ ਹੋਏਗੀ। ਇਮਿਊਨਿਟੀ ਸਿਸਟਮ ਸਾਡਾ ਜਿਹੜਾ ਹੈ ਉਹ ਸਟਰੋਂਗ ਹੋਏਗਾ, ਤਗੜਾ ਹੋਏਗਾ। ਸੋ ਪਿਆਰੇ ਬੱਚਿਓ, ਭਾਜ ਅਤੇ ਅਭਾਜ ਸੰਖਿਆਵਾਂ ਕੀ ਹੁੰਦੀਆਂ ਨੇ ਇਹਨਾਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੁਣ ਖੰਡਾਂ ਦੀ ਗਿਣਤੀ ਦੇ ਆਧਾਰ 'ਤੇ ਹੇਠ ਲਿਖੀਆਂ ਸੰਖਿਆਵਾਂ ਜਿਹੜੀਆਂ ਨੇ ਉਹ ਆਪਾਂ ਲਿਖਾਂਗੇ। 1 ਤੋਂ ਲੈ ਕੇ 10 ਤੱਕ ਆਪਾਂ ਉਹ ਸੰਖਿਆਵਾਂ ਲਿਖਣੀਆਂ ਨੇ ਕਿ 1 ਦੇ ਕਿੰਨੇ ਗੁਣ ਖੰਡ ਨੇ, 2 ਦੇ ਕਿੰਨੇ ਨੇ, 3 ਦੇ ਕਿੰਨੇ ਨੇ, 4 ਦੇ ਕਿੰਨੇ ਨੇ, 5 ਦੇ ਕਿੰਨੇ ਨੇ, 6, 7, 8, 9 ਅਤੇ 10 ਦੇ ਕਿੰਨੇ ਨੇ। ਇਹ ਸਾਰੇ ਗੁਣ ਖੰਡ ਆਪਾਂ ਪਹਿਲਾਂ ਵੇਖਦੇ ਹਾਂ। ਸਭ ਤੋਂ ਪਹਿਲਾਂ 1 ਦਾ ਗੁਣ ਖੰਡ ਹੈ, ਤੁਹਾਡੇ ਸਾਹਮਣੇ ਹੈ। 1 ਦਾ ਗੁਣ ਖੰਡ 1 ਹੀ ਹੁੰਦਾ ਹੈ, ਕਿਉਂਕਿ ਸੰਖਿਆ ਇਕੱਲੀ ਹੈ, ਇਸ ਦਾ ਕਿਸੇ ਨਾਲ ਵੀ ਕੋਈ ਗੁਣ ਖੰਡ ਨਹੀਂ ਬਣਦਾ। ਠੀਕ ਹੈ, ਕੁਦਰਤੀ ਸੰਖਿਆ ਹੈ, ਇਸ ਕਰਕੇ 1 ਦਾ ਜਿਹੜਾ ਗੁਣ ਖੰਡ ਹੈ ਉਹ 1 ਹੀ ਰਹੇਗਾ। ਇਸ ਤਰ੍ਹਾਂ ਹੀ 2 ਦੇ 2 ਗੁਣ ਖੰਡ ਨੇ। ਠੀਕ ਹੈ, ਇੱਕ 1 ਹੈ ਅਤੇ ਦੂਸਰਾ 2। ਇਸੇ ਤਰ੍ਹਾਂ ਹੀ 3 ਦੇ ਵੀ 2 ਹੀ ਗੁਣ ਖੰਡ ਨੇ, 1 ਅਤੇ 3। ਇਹ ਸਾਰਿਆਂ ਨੇ ਤੁਸੀਂ ਪਿੱਛੇ ਕੀਤੇ ਹੋਏ ਜਦੋਂ ਆਪਾਂ ਗੁਣਜ ਅਤੇ ਗੁਣਖੰਡ ਕੀਤੇ ਸੀ। ਠੀਕ ਹੈ, ਉਹ ਵੀ ਮੈਂ ਵੀਡੀਓ ਬਣਾਇਆ ਸੀ, ਤੁਹਾਨੂੰ ਵੀਡੀਓ ਦਿੱਤਾ ਸੀ ਸਮਝਣ ਵਾਸਤੇ, ਕੰਮ ਕਰਨ ਵਾਸਤੇ। ਉਹ ਵੀ ਵੀਡੀਓ ਤੁਸੀਂ ਜਿਹੜਾ ਹੈ ਪਲੇਲਿਸਟ ਜਾ ਕੇ ਵੇਖ ਸਕਦੇ ਹੋ। ਪੰਜਵੀਂ ਜਮਾਤ ਦੀ ਪਲੇਲਿਸਟ ਹੈ, ਉਹਦੇ ਵਿੱਚ ਤੁਸੀਂ ਗਣਿਤ ਦੇ ਜਿੰਨੇ ਵੀ ਟੌਪਿਕ ਨੇ ਉਹ ਕੱਢ ਕੇ ਵੇਖ ਸਕਦੇ ਹੋ। ਉਹ 'ਚ ਤੁਹਾਨੂੰ ਜਿਹੜਾ ਹੈ ਉਹ ਗੁਣਜ ਅਤੇ ਗੁਣਖੰਡ ਜਿਹੜਾ ਹੈ ਉਹ ਮਿਲ ਜਾਏਗਾ। ਠੀਕ ਹੈ, ਇਸ ਤੋਂ ਇਲਾਵਾ 5 ਦੇ ਜਿਹੜੇ ਨੇ, 4 ਦੇ ਜਿਹੜੇ ਨੇ 1, 2 ਅਤੇ 4 ਨੇ। ਇਸ ਤਰ੍ਹਾਂ ਹੀ 5 ਦੇ ਕਿੰਨੇ ਨੇ, 1 ਅਤੇ 5 ਨੇ। ਠੀਕ ਹੈ, ਇਸ ਤੋਂ ਅੱਗੇ 6 ਦੇ ਵੇਖ ਲੈਂਦੇ ਹਾਂ। ਗੁਣ ਖੰਡ ਨੇ ਬੇਟਾ 1, 2, 3 ਅਤੇ 6 ਨੇ। ਇਸ ਤਰ੍ਹਾਂ ਹੀ 7 ਦੇ ਜਿਹੜੇ ਗੁਣ ਖੰਡ ਨੇ 1 ਅਤੇ 7 ਨੇ। ਇਸ ਤਰ੍ਹਾਂ ਹੀ 8 ਦੇ ਕਿੰਨੇ ਨੇ, 1, 2, 4 ਅਤੇ 8। ਬੇਟਾ ਗੁਣ ਖੰਡ ਦਾ ਭਾਵ ਇਹ ਹੁੰਦਾ ਹੈ ਕਿ ਜਿਹੜੀ ਸੰਖਿਆ 8 ਹੈ ਉਹ ਕਿਹੜੇ ਪਹਾੜੇ ਦੇ ਵਿੱਚ ਆਉਂਦੀ ਹੈ ਜਾਂ ਕਿਸ ਸੰਖਿਆ ਨਾਲ ਭਾਗ ਹੋ ਜਾਂਦੀ ਹੈ, ਇਹੀ ਗੁਣ ਖੰਡ ਹੁੰਦਾ। ਠੀਕ ਹੈ, 9 ਦੇ ਜਿਹੜੇ ਗੁਣ ਖੰਡ ਨੇ ਉਹ 1, 3 ਅਤੇ 9 ਨੇ। ਇਸ ਤਰ੍ਹਾਂ ਹੀ 10 ਦੇ ਜਿਹੜੇ ਗੁਣ ਖੰਡ ਨੇ ਉਹ 1, 2, 5 ਅਤੇ 10 ਨੇ। ਠੀਕ ਹੈ ਬੱਚੇ, ਉਪਰੋਕਤ ਸਾਰਣੀ 'ਚ ਆਪਾਂ ਦੇਖਦੇ ਹਾਂ ਕਿ 2, 3, 5 ਅਤੇ 7 ਦੇ ਸਿਰਫ 2 ਹੀ ਗੁਣ ਖੰਡ ਨੇ। 1 ਅਤੇ ਸੰਖਿਆ ਖੁਦ, ਕੋਈ ਵੀ ਸੰਖਿਆ ਬੇਟਾ ਲੈ ਲਓ, ਭਾਵੇਂ ਜਿਸਤ ਲੈ ਲਓ, ਭਾਵੇਂ ਟਾਂਕ ਲੈ ਲਓ। ਠੀਕ ਹੈ, ਉਹਦੇ 2 ਗੁਣ ਖੰਡ ਤਾਂ ਹੋਣਗੇ ਹੀ ਹੋਣਗੇ, 1 ਅਤੇ 1 ਹੋਏਗਾ। ਠੀਕ ਹੈ, ਔਰ 1 ਖੁਦ ਜਿਹੜੀ ਉਹ ਸੰਖਿਆ ਹੋਏਗੀ। 1 ਖੁਦ ਸੰਖਿਆ ਹੋਏਗੀ ਅਤੇ 1 ਹੋਏਗਾ। ਠੀਕ ਹੈ, ਸੋ ਇਹ 2 ਗੁਣ ਖੰਡ ਤਾਂ ਪੱਕੇ ਹੀ ਕਿਸੇ ਵੀ ਸੰਖਿਆ ਦੇ ਹੋਣਗੇ ਹੀ ਹੋਣਗੇ। ਹੁਣ ਆਪਾਂ ਅੱਗੇ ਦੇਖਣਾ ਹੈ ਕਿ
ਅਭਾਜ ਸੰਖਿਆ ਜਿਹੜੀ ਉਹ ਕੀ ਹੁੰਦੀ ਹੈ, ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਹੋਰ ਆਪਾਂ ਵਿਸਥਾਰ ਨਾਲ ਦੇਖਦੇ ਹਾਂ। ਜਿਹਦੇ ਦੋ ਹੀ ਗੁਣਨਖੰਡ ਹੋਣ, ਇੱਕ ਅਤੇ ਖੁਦ ਸੰਖਿਆ, ਉਹਨਾਂ ਨੂੰ ਆਪਾਂ ਅਭਾਜ ਕਹਿੰਦੇ ਹਾਂ, ਕਿਉਂਕਿ ਹੋਰ ਉਹ ਕਿਸੇ ਨਾਲ ਵੀ ਵੰਡੇ ਨਹੀਂ ਜਾਂਦੇ, ਭਾਗ ਨਹੀਂ ਹੁੰਦੇ, ਇਸ ਕਰਕੇ ਉਹਨਾਂ ਨੂੰ ਅਭਾਜ ਕਹਿੰਦੇ ਆ। ਕਿਹੜੇ? ਉਹ ਸੰਖਿਆ ਜਿਹਦੇ ਸਿਰਫ ਦੋ ਹੀ ਗੁਣਨਖੰਡ ਹੁੰਦੇ ਆ, ਇੱਕ ਅਤੇ ਖੁਦ ਆਪ ਹੀ ਉਹ ਸੰਖਿਆ। ਠੀਕ ਹੈ, ਜਿਸ ਤਰ੍ਹਾਂ 79 ਹੈ, ਇਹਦੇ ਦੋ ਹੀ ਗੁਣਨਖੰਡ ਹੋਣਗੇ, ਇੱਕ ਤੇ ਇੱਕ ਸੰਖਿਆ ਹੋਏਗੀ, ਇੱਕ ਖੁਦ 79 ਹੋਏਗਾ, ਇਸ ਕਰਕੇ ਕਿਹੜੀ ਸੰਖਿਆ ਹੋਏਗੀ? ਅਭਾਜ। ਠੀਕ ਹੈ, ਪਰ ਜਿਹਦੇ ਗੁਣਨਖੰਡ ਦੋ ਤੋਂ ਵੱਧ ਹੋਣ, ਦੋ ਤੋਂ ਵੱਧ ਹੋਣ, ਜਿਸ ਵੀ ਸੰਖਿਆ ਦੇ 3 ਗੁਣਨਖੰਡ ਬਣ ਗਏ, ਸਮਝੋ ਉਹ ਸੰਖਿਆ ਕੀ ਹੋਗੀ? ਭਾਜ ਸੰਖਿਆ ਹੋਗੀ। ਪਤਾ ਲੱਗਾ ਹੁਣ ਕੀ ਆਖਿਆ ਮੈਂ? ਜਿਹੜੀ ਸੰਖਿਆ ਦੇ ਸਿਰਫ ਦੋ ਹੀ ਗੁਣਨਖੰਡ ਹੋਣ, ਇੱਕ ਅਤੇ ਖੁਦ ਸੰਖਿਆ, ਉਹ ਹੋਗੀ ਅਭਾਜ, ਅਤੇ ਭਾਜ ਸੰਖਿਆ ਉਹ ਹੋਗੀ ਜਿਹਦੇ ਦੋ ਤੋਂ ਵੱਧ ਗੁਣਨਖੰਡ ਬਣਨ, ਭਾਵੇਂ 3 ਬਣਨ, 4 ਬਣਨ, 10 ਬਣਨ, 12 ਬਣਨ ਜਾਂ 20 ਬਣਨ। ਠੀਕ ਹੈ, ਜਿੰਨੇ ਵੀ ਉਹਦੇ ਗੁਣਨਖੰਡ ਬਣਨ ਦੋ ਤੋਂ ਜ਼ਿਆਦਾ, ਉਹ ਭਾਜ ਸੰਖਿਆ ਹੋਵੇਗੀ। ਇੱਥੇ ਤੱਕ ਪਤਾ ਲੱਗ ਗਿਆ ਹੋਵੇਗਾ ਤੁਹਾਨੂੰ, ਮੈਂ ਆਸ ਕਰਦਾ। ਅੱਗੇ ਚੱਲਦੇ ਹਾਂ। ਹੁਣ ਬੇਟਾ 1 ਅਤੇ 100 ਦੇ ਵਿਚਕਾਰ ਅਭਾਜ ਸੰਖਿਆ ਲੱਭਣੀ ਹੈ, ਜਿਹਦੇ ਸਿਰਫ ਦੋ ਹੀ ਗੁਣਨਖੰਡ ਹੋਣ। ਮੈਂ ਦੱਸਿਆ, ਸਮਝਾਇਆ ਨਾ ਉੱਪਰ ਕਿ ਅਭਾਜ ਸੰਖਿਆ ਉਹ ਹੁੰਦੀ ਹੈ ਜਿਹਦੇ ਸਿਰਫ ਦੋ ਹੀ ਗੁਣਨਖੰਡ ਹੁੰਦੇ ਆ। ਸੋ ਇਹਨਾਂ ਵਿੱਚੋਂ 1 ਤੋਂ ਲੈ ਕੇ 100 ਤੱਕ ਆਪਾਂ ਸਾਰੇ ਲੱਭਣੇ ਆ। ਸੋ ਪਹਿਲਾਂ ਹੀ ਤੁਹਾਨੂੰ ਲੱਭ ਕੇ ਉਹਨਾਂ ਦੱਸੇ ਹੋਏ ਆ ਉਦਾਹਰਨ ਦੇ ਤੌਰ 'ਤੇ, ਕਿ ਪਹਿਲੀ ਸੰਖਿਆ 1 ਹੈ, ਫਿਰ 2, ਫਿਰ 3। ਠੀਕ ਹੈ, 1 ਨਹੀਂ ਹੈ ਕਿਉਂਕਿ 1 ਦਾ ਖੁਦ 1 ਹੀ ਹੈ, ਕਿਉਂਕਿ ਹੋਰ ਸੰਖਿਆ ਖੁਦ ਕੋਈ ਨਹੀਂ ਹੈ, ਇਸ ਕਰਕੇ 1 ਨੂੰ ਆਪਾਂ ਨਾ ਤਾਂ ਭਾਜ ਸੰਖਿਆ ਕਹਾਂਗੇ, ਨਾ ਹੀ ਅਭਾਜ ਸੰਖਿਆ ਕਹਾਂਗੇ। ਇਹ ਯਾਦ ਰੱਖਣਾ। ਠੀਕ ਹੈ, ਇਹ ਕਿਉਂਕਿ ਭਾਜ ਅਤੇ ਅਭਾਜ ਸੰਖਿਆ ਦੋਨਾਂ ਵਿੱਚ ਆਉਂਦੀ ਹੈ, ਇਸ ਕਰਕੇ ਆਪਾਂ ਇਹਨਾਂ ਨੂੰ ਦੋਨੋਂ ਰੂਪ 'ਚ ਲਿਖ ਸਕਦੇ ਹਾਂ। ਇੱਕ ਤਾਂ ਇਹ ਕਹਿ ਸਕਦੇ ਹਾਂ ਕਿ 1 ਜਿਹੜਾ ਹੈ ਉਹ ਭਾਜ ਸੰਖਿਆ ਵੀ ਹੈ ਅਤੇ ਅਭਾਜ ਸੰਖਿਆ ਵੀ, ਅਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ 1 ਨਾ ਤਾਂ ਭਾਜ ਸੰਖਿਆ ਹੈ, ਨਾ ਹੀ ਅਭਾਜ ਸੰਖਿਆ ਹੈ। ਸੋ ਦੋਵੇਂ ਗੱਲਾਂ ਨੇ। ਇਸ ਤੋਂ ਇਲਾਵਾ ਜਿੰਨੇ ਵੀ ਗੋਲੇ ਲੱਗੇ ਹੋਏ ਨੇ ਹਰੇ ਰੰਗ ਨਾਲ, ਇਹ ਸਾਰੀਆਂ ਸੰਖਿਆਵਾਂ ਅਭਾਜ ਸੰਖਿਆਵਾਂ ਨੇ, ਤੁਸੀਂ ਨੋਟ ਕਰ ਸਕਦੇ ਹੋ। 1 ਬਾਏ 1 ਜਿਸ ਤਰ੍ਹਾਂ 2 ਹੈ, 3 ਹੈ, 5 ਹੈ, 7 ਹੈ, ਇਸ ਤੋਂ ਅੱਗੇ 11, 13, 17, 19, 23, 29, 31, 37, 41, 43, 47, 53, 59, 61, 67, 71, 73, 79, 83, 99 ਅਤੇ 97। ਇਹ ਸਾਰੀਆਂ ਸੰਖਿਆਵਾਂ ਜਿੰਨੀਆਂ ਨੇ ਗੋਲੇ ਲਾਏ ਹੋਏ ਨੇ ਹਰੇ ਰੰਗ ਨਾਲ, ਚੱਕਰ ਲਗਾਏ ਹੋਏ ਨੇ, ਇਹ ਸਾਰੀਆਂ ਸੰਖਿਆ ਅਭਾਜ ਸੰਖਿਆਵਾਂ ਹਨ। ਮੈਂ ਫਿਰ ਤੋਂ ਦੁਹਰਾਈ ਕਰਾ ਦਾਂ, ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹਨ ਜਿਨ੍ਹਾਂ ਦੇ ਸਿਰਫ ਦੋ ਹੀ ਗੁਣਨਖੰਡ ਹੁੰਦੇ ਹਨ, ਇੱਕ ਤੇ ਇੱਕ ਸੰਖਿਆ ਔਰ ਦੂਸਰਾ ਖੁਦ ਆਪਣੀ ਹੀ ਸੰਖਿਆ ਆਪਣੇ ਆਪ ਨਾਲ। ਭਾਜ ਸੰਖਿਆਵਾਂ ਉਹ ਸੰਖਿਆਵਾਂ ਨੇ ਜਿਨ੍ਹਾਂ ਦੇ 2 ਤੋਂ ਵੱਧ ਗੁਣਨਖੰਡ ਬਣਦੇ ਹਨ। ਠੀਕ ਹੈ, ਅੱਗੇ ਹੈ ਪੇਜ ਨੰਬਰ 68। ਉਹੀ ਪੱਗ ਦਰਸਾਏ ਗਏ ਨੇ ਜੋ ਪੱਗ ਮੈਂ ਤੁਹਾਨੂੰ ਪਹਿਲਾਂ ਜ਼ੁਬਾਨੀ ਦੱਸ ਚੁੱਕਾ ਕਿ ਸੰਖਿਆਵਾਂ ਜਿਹੜੀਆਂ ਉਹਨਾਂ 'ਤੇ ਚੱਕਰ ਲਾਉਣੇ ਜਿਹੜੀਆਂ ਅਭਾਜ ਨੇ, ਜਿਹੜੀਆਂ ਅਭਾਜ ਸੰਖਿਆਵਾਂ ਨੇ ਉਹਨਾਂ 'ਤੇ ਹਰੇ ਰੰਗ ਨਾਲ ਚੱਕਰ ਲੱਗੇ ਹੋਏ ਪਹਿਲਾਂ ਆਪਾਂ ਦੇਖੇ ਆ, ਇਸ ਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ। ਠੀਕ ਹੈ, ਇਹਨਾਂ 'ਚ ਤੁਸੀਂ ਜਿਹੜੇ ਬਾਕੀ ਬਚਦੇ ਨੇ ਉਹ ਭਾਜ ਨੇ, ਤੁਸੀਂ ਭਾਜ 'ਤੇ ਟਿਕ ਵੀ ਲਾ ਸਕਦੇ ਹੋ। ਠੀਕ ਹੈ, ਇੱਥੇ ਲਿਖੇ ਨੂੰ ਸਮਝਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ, ਜਿਹੜਾ ਮੈਂ ਤੁਹਾਨੂੰ ਦੱਸ ਚੁੱਕਾ ਉਹੀ ਕਾਫੀ ਹੈ, ਉਹੀ ਸਮਝ ਦੇ ਆਧਾਰ 'ਤੇ ਬਹੁਤ ਵਧੀਆ ਹੈ। ਠੀਕ ਹੈ, ਸੋ ਇਸ ਤੋਂ ਅੱਗੇ ਹੈ ਕਿ ਇਹ ਯਾਦ ਰੱਖਣਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਆਇਆ, ਇੱਥੇ ਫਿਰ ਲਿਖਿਆ ਆ ਗਿਆ ਕਿ ਸੰਖਿਆ 1 ਨਾ ਤਾਂ ਭਾਜ ਹੈ ਅਤੇ ਨਾ ਹੀ ਅਭਾਜ। ਠੀਕ ਹੈ, ਇਹ ਯਾਦ ਰੱਖਣਾ ਹੈ ਤੁਸੀਂ। ਠੀਕ ਹੈ,
संख्या एक ना ही भाज है तो ना ही अभाज है। सिर्फ दो ही ਜਿਹੀ ਜਿਸਤ संख्या है जो अभाज है। केवल दो ही एक ਇਹੋ ਜਿਹੀ संख्या वा ਜਿਹੜੀ ਕੀ ਆ ਜਿਸਤ ਵੀ ਆ ਤੇ अभाज भी आ। ठीक है, क्योंकि दो ਕਿਹਦੇ ਵਿੱਚ ਆਉਂਦਾ मैं ਤੁਹਾਨੂੰ ਦੱਸਿਆ ਸੀ, ਇੱਕ ਵਿੱਚ ਆਉਂਦਾ ਤੇ ਖੁਦ ਦੋ ਨਾਲ ਆਉਂਦਾ, ਹੋਰ ਕੋਈ ਵੀ ਇਹਦਾ ਕਿਸੇ ਨਾਲ ਵੀ ਭਾਗ ਨਹੀਂ ਹੁੰਦੀ। ਇਹ ਸਭ ਤੋਂ ਛੋਟੀ ਅਭਾਜ ਸੰਖਿਆ ਦੋ ਹੀ ਹੈ। ਠੀਕ ਹੈ, ਸਭ ਤੋਂ ਛੋਟੀ ਅਭਾਜ ਸੰਖਿਆ ਜੇ ਕਹਿਣਾ ਹੋਵੇ ਤਾਂ ਇੱਕ ਨਹੀਂ ਕਹਿਣਾ, ਦੋ ਹੀ ਹੈ, ਕਿਉਂਕਿ ਇੱਕ ਨਾ ਤੇ ਭਾਜ ਹੈ ਤੇ ਨਾ ਹੀ ਅਭਾਜ ਸੰਖਿਆ ਹੈ। ਇਸੇ ਤਰ੍ਹਾਂ ਹੀ ਸਭ ਤੋਂ ਛੋਟੀ ਭਾਜ ਸੰਖਿਆ 4 ਹੈ, ਕਿਉਂਕਿ 3 ਅਭਾਜ ਹੈ। ਸਭ ਤੋਂ ਛੋਟੀ ਜਿਹੜੀ ਭਾਜ ਸੰਖਿਆ ਹੈ ਉਹ 4 ਹੈ, ਕਿਉਂਕਿ 4 ਦੇ ਗੁਣਨਖੰਡ 2 ਤੋਂ ਵੱਧ ਬਣਦੇ ਨੇ। 1 2 ਤੇ 4 3 ਗੁਣਨਖੰਡ ਬਣਦੇ ਨੇ ਇਹਦੇ। ਠੀਕ ਹੈ, ਅੱਗੇ ਚੱਲਦੇ ਹਾਂ। ਅਭਾਜ ਗੁਣਨਖੰਡੀਕਰਨ। ਹੁਣ ਆਪਾਂ ਅਭਾਜ ਗੁਣਨਖੰਡ ਬਣਾਉਣੇ ਹੋਣ ਤੇ ਇਹਦੀਆਂ ਦੋ ਵਿਧੀਆਂ ਨੇ ਬੱਚੇ। ਪਹਿਲੀ ਵਿਧੀ ਨੂੰ ਆਪਾਂ ਗੁਣਨਖੰਡ ਦਰਖਤ ਵਿਧੀ ਕਹਿ ਦਿੰਦੇ ਹਾਂ, ਜਿਸ ਤਰ੍ਹਾਂ ਆਪਾਂ ਤੁਹਾਨੂੰ ਕਰਾਇਆ ਸੀ ਕਿ ਇਸ ਤਰ੍ਹਾਂ ਗਾਂ ਤੁਰਦਾ ਜਾਂਦਾ, ਇਸ ਨੂੰ ਆਪਾਂ ਦਰਖਤ ਵਿਧੀ ਕਹਿ ਦਿੰਦੇ ਹਾਂ। ਦੂਸਰੀ ਹੈ ਭਾਗ ਵਿਧੀ। ਆਪਾਂ ਦੋਵੇਂ ਵਿਧੀਆਂ ਵਿਸਥਾਰ ਨਾਲ ਕਰਾਂਗੇ। ਪਹਿਲੀ ਹੈ ਸਾਡੇ ਕੋਲ ਦਰਖਤ ਵਿਧੀ। ਠੀਕ ਹੈ, ਦਰਖਤ ਵਿਧੀ ਉਹ ਕੀ ਵਿਧੀ ਹੈ? ਅਸੀਂ ਭਾਜ ਸੰਖਿਆਵਾਂ ਦੇ ਗੁਣਨਖੰਡ ਉਦੋਂ ਤੱਕ ਕਰਦੇ ਹਾਂ ਜਦੋਂ ਤੱਕ ਸਾਨੂੰ ਸਾਰੇ ਅਭਾਜ ਗੁਣਨਖੰਡ ਪ੍ਰਾਪਤ ਨਾ ਹੋ ਜਾਣ। ਆਓ ਗੁਣਨਖੰਡ ਦਰਖਤ ਵਿਧੀ ਰਾਹੀਂ 48 ਦੇ ਗੁਣਨਖੰਡ ਬਣਾਈਏ। ਕੋਈ ਇੱਕ ਸੰਖਿਆ ਲੈ ਲਈ ਉਹਨਾਂ ਨੇ 48, ਦਰਖਤ ਵਿਧੀ ਨਾਲ ਕਿਸ ਤਰ੍ਹਾਂ ਇਹਦੇ ਗੁਣਨਖੰਡ ਬਣਦੇ ਆ ਆਓ ਦੇਖਦੇ ਹਾਂ। ਅੱਗੇ ਪੇਜ ਨੰਬਰ 69 ਤੇ ਚੱਲਦੇ ਹਾਂ ਬੇਟਾ। 69 ਨੰਬਰ ਪੇਜ 'ਤੇ ਬੇਟਾ ਪਹੁੰਚ ਗਏ ਹਾਂ ਔਰ ਦਰਖਤ ਵਿਧੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਇਹਦਾ ਮਤਲਬ ਇਹ ਹੁੰਦਾ ਹੈ ਕਿ ਅੱਗੇ ਸ਼ਾਖਾ ਫੁੱਟਦੀਆਂ ਜਾਂਦੀਆਂ ਨੇ, ਬ੍ਰਾਂਚਿਸ ਬਣਦੀਆਂ ਜਾਂਦੀਆਂ ਨੇ, ਆਪਾਂ ਗੁਣਨਖੰਡ ਕਰਦੇ ਜਾਂਦੇ ਹਾਂ, ਉਦੋਂ ਤੱਕ ਕਰਦੇ ਜਾਂਦੇ ਹਾਂ ਜਦੋਂ ਤੱਕ ਜਿਹੜੀ ਹੈ ਸਾਨੂੰ ਅਭਾਜ ਸੰਖਿਆ ਪ੍ਰਾਪਤ ਨਹੀਂ ਹੋ ਜਾਂਦੀ। ਸੋ ਦੇਖੋ 48 ਦੇ ਸਭ ਤੋਂ ਪਹਿਲਾਂ 48 ਨੂੰ 2 ਨਾਲ ਭਾਗ ਕੀਤਾ ਅਤੇ ਸਾਡੇ ਕੋਲ ਉੱਤਰ ਆਇਆ 24। ਠੀਕ ਹੈ, ਇੱਕ ਹੈ ਅਭਾਜ, ਕਿਉਂਕਿ 2 ਸਾਨੂੰ ਪਤਾ ਹੈ ਕਿ ਪਹਿਲੀ ਅਭਾਜ ਸੰਖਿਆ ਹੈ, ਸਭ ਤੋਂ ਛੋਟੀ ਅਭਾਜ ਸੰਖਿਆ ਹੈ, ਅਤੇ 24 ਸਾਡੇ ਕੋਲ ਗਿਆ ਭਾਜ ਆ ਗਿਆ, ਕਿਉਂਕਿ 24 ਦੇ ਜ਼ਿਆਦਾ ਗੁਣਨਖੰਡ ਹਨ। ਇਸ ਤਰ੍ਹਾਂ ਹੀ 24 ਨੂੰ ਆਪਾਂ 2 'ਤੇ ਭਾਗ ਕੀਤਾ ਅਤੇ ਸਾਡੇ ਕੋਲ ਕਿੰਨੇ ਉੱਤਰ ਆ ਗਿਆ 12। ਠੀਕ ਹੈ, ਅਤੇ 2 ਫਿਰ ਅਭਾਜ ਸੰਖਿਆ ਹੈ ਅਤੇ 12 ਭਾਜ ਸੰਖਿਆ ਹੈ। ਇਸ ਤਰ੍ਹਾਂ ਹੀ ਫਿਰ ਆਪਾਂ 12 ਨੂੰ ਭਾਗ ਕੀਤਾ 2 'ਤੇ, ਸਾਡੇ ਕੋਲ ਆ ਗਿਆ 6। 2 ਫਿਰ ਅਭਾਜ ਸੰਖਿਆ ਹੈ, 6 ਫਿਰ ਇੱਕ ਭਾਜ ਸੰਖਿਆ ਹੈ। ਇਸ ਤਰ੍ਹਾਂ ਹੀ 6 ਨੂੰ 2 ਨਾਲ ਫਿਰ ਭਾਗ ਕੀਤਾ, ਸਾਡੇ ਕੋਲ ਆ ਗਿਆ 3 ਔਰ ਇਸ ਤਰ੍ਹਾਂ ਹੀ ਸਾਨੂੰ ਕੀ ਹੋਇਆ 2 ਫਿਰ ਅਭਾਜ ਸੰਖਿਆ ਮਿਲ ਗਈ ਔਰ ਨਾਲ ਦੀ ਨਾਲ ਜਿਹੜਾ 3 ਹੈ ਉਹ ਵੀ ਇੱਕ ਕੀ ਬਣ ਗਈ ਸਾਡੇ ਕੋਲ ਅਭਾਜ ਸੰਖਿਆ ਬਣ ਗਈ। ਹੁਣ 48 ਦੇ ਜਿਹੜੇ ਗੁਣਨਖੰਡੀਕਰਨ ਨੇ ਉਹ ਕਿਹੜੇ ਕਿਹੜੇ ਬਣ ਗਏ ਸਾਡੇ ਕੋਲ? 2 ਗੁਣਾ 2 ਗੁਣਾ 2 ਗੁਣਾ 2 ਗੁਣਾ 3 ਜਿੱਥੇ ਖਤਮ ਹੋਇਆ। ਠੀਕ ਹੈ, ਸੋ ਇਹ ਸਾਡੇ ਕੋਲ ਗੁਣਨਖੰਡੀਕਰਨ ਬਣ ਗਏ। ਇਹ ਸੀ ਸਾਡੇ ਕੋਲ ਦਰਖਤ ਵਿਧੀ। ਠੀਕ ਹੈ ਬੇਟਾ, ਅੱਗੇ ਆਪਾਂ ਇਸ ਤੋਂ ਅੱਗੇ ਜਿਹੜੀ ਸਿੱਖਾਂਗੇ ਉਹ ਹੈ ਸਾਡੇ ਕੋਲ ਭਾਗ ਵਿਧੀ। ਸੋ ਭਾਗ ਵਿਧੀ ਕੀ ਹੈ? ਆਪਾਂ ਇੱਕ ਖੜੀ ਰੇਖਾ ਬਣਾ ਲੈਂਦੇ ਹਾਂ ਔਰ ਭਾਗ ਵਾਂਗੂ ਆਪਾਂ 48 ਦੀ ਸੰਖਿਆ ਲੈ ਲਈ ਹੈ। 48 ਨੂੰ ਆਪਾਂ 2 ਨਾਲ ਭਾਗ ਜਿਹੜਾ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਪਹਿਲਾਂ 2 ਨਾਲ ਭਾਗ ਕੀਤਾ, ਸਾਡੇ ਕੋਲ ਉੱਤਰ ਆ ਗਿਆ 24। 24 ਨੂੰ 2 ਨਾਲ ਭਾਗ ਕੀਤਾ, ਸਾਡੇ ਕੋਲ ਉੱਤਰ ਆ ਗਿਆ 12। 12 ਨੂੰ 2 ਨਾਲ ਭਾਗ ਕੀਤਾ, ਉੱਤਰ ਆ ਗਿਆ 6। 6 ਨੂੰ 3 ਨਾਲ ਆਪਾਂ ਭਾਗ ਕੀਤਾ, ਕਿਉਂਕਿ 2 ਨਾਲ ਭਾਗ ਕੀਤਾ, ਸਾਡੇ ਕੋਲ ਆ ਗਿਆ 3 ਔਰ 3 ਨੂੰ 3 ਨਾਲ ਹੀ ਭਾਗ ਹੋਏਗਾ, ਸਾਡੇ ਕੋਲ ਆ ਗਿਆ 1। ਜਿੰਨੀ ਦੇਰ ਤੱਕ 1 ਨਹੀਂ ਆ ਜਾਂਦਾ, 1 ਦੀ ਸੰਖਿਆ ਸਾਡੇ ਕੋਲ ਪ੍ਰਾਪਤ ਨਹੀਂ ਹੁੰਦੀ, ਉਨੀ ਦੇਰ ਤੱਕ ਅਸੀਂ ਭਾਗ ਵਿਧੀ ਕਰਦੇ ਰਹਿੰਦੇ ਹਾਂ। ਸੋ ਇਹ ਹੈ ਭਾਗ ਵਿਧੀ। ਇਹ ਵੀ ਬਹੁਤ ਸੌਖੀ ਹੈ ਔਰ ਗੁਣਨਖੰਡੀਕਰਨ ਜਿਹੜਾ ਉੱਪਰ ਬਣਾਇਆ ਸੀ ਆਪਾਂ ਦਰਖਤ ਵਿਧੀ ਨਾਲ, ਉਹ ਵੀ ਬਹੁਤ ਸੌਖੀ ਹੈ। ਦੋਨੋਂ ਤਰੀਕਿਆਂ ਨਾਲ ਤੁਸੀਂ ਜਿਹੜਾ ਹੈ
ਭਾਜ ਤੇ ਅਭਾਜ ਸੰਖਿਆਵਾਂ ਜਿਹੜੀਆਂ ਉਹ ਲੱਭ ਸਕਦੇ ਹੋ। ਠੀਕ ਹੈ। ਸੋ ਹੁਣ ਅੱਗੇ ਬੇਟਾ ਆਪਾਂ ਮਹੱਤਮ ਸਮਾਵਰਤਕ ਬਾਰੇ ਗੱਲ ਕਰਨੀ ਹੈ। ਇਹ ਬੇਟਾ ਆਪਾਂ ਨੈਕਸਟ ਵੀਡੀਓ 'ਚ ਹੁਣ ਕਵਰ ਕਰਨਾ ਹੈ। ਇੱਥੋਂ ਤੱਕ ਸਿਰਫ ਇੰਨਾ ਹੀ ਕਿ ਗੁਣਨਖੰਡੀਕਰਨ ਕੀ ਨੇ, ਭਾਜ ਤੇ ਅਭਾਜ ਸੰਖਿਆਵਾਂ ਕੀ ਹੁੰਦੀਆਂ ਨੇ, ਕਿਹੜੀ ਸਭ ਤੋਂ ਛੋਟੀ ਭਾਜ ਸੰਖਿਆ ਹੈ, ਕਿਹੜੀ ਸਭ ਤੋਂ ਛੋਟੀ ਅਭਾਜ ਸੰਖਿਆ ਹੈ, ਕਿਹੜੀ ਸੰਖਿਆ ਹੈ ਜਿਹੜੀ ਨਾ ਤੇ ਭਾਜ ਹੈ ਨਾ ਅਭਾਜ ਹੈ, ਇਹਦੇ ਬਾਰੇ ਆਪਾਂ ਜਾਣਕਾਰੀ ਲਈ। ਸੋ ਬੱਚਿਓ, ਅਗਲੀ ਵੀਡੀਓ ਦੇ ਵਿੱਚ ਆਪਾਂ ਮਹੱਤਮ ਸਮਾਵਰਤਕ ਟੌਪਿਕ ਜਿਹੜਾ ਹੈ ਉਹ ਸ਼ੁਰੂ ਕਰਾਂਗੇ। ਔਰ ਇਸ ਵੀਡੀਓ ਨੂੰ ਤੁਸੀਂ ਘੱਟੋ ਘੱਟ 2 ਤੋਂ 3 ਵਾਰ ਜ਼ਰੂਰ ਵੇਖੋ, ਤਾਂ ਹੀ ਤੁਹਾਨੂੰ ਭਾਜ ਤੇ ਅਭਾਜ ਸੰਖਿਆਵਾਂ ਬਾਰੇ ਫ਼ਰਕ ਸਮਝ ਆਏਗਾ। ਇਹ ਮੇਰੀ ਤੁਹਾਨੂੰ ਬੇਨਤੀ ਹੈ, ਸਾਰੇ ਅਧਿਆਪਕਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਬੱਚਿਆਂ ਤੱਕ ਜ਼ਰੂਰ ਪਹੁੰਚਾਓ। ਜਿਹੜੇ 5ਵੀਂ ਕਲਾਸ ਦੇ ਵਿਦਿਆਰਥੀ ਨੇ, ਹਰ ਬੱਚੇ को इसकी पहुँच होनी चाहिए है ਤਾਂ ਕਿ ਉਹ ਭਾਜ ਤੇ ਅਭਾਜ ਸੰਖਿਆਵਾਂ ਬਾਰੇ ਫ਼ਰਕ ਸਮਝ ਸਕਣ। ਬੱਚਿਓ, ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ। ਆਪਣਾ ਖਿਆਲ ਰੱਖੋ, ਘਰਾਂ 'ਚ ਰਹੋ, ਸੇਫ ਰਹੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।